वाहिगुरू जी की फतेह। आस करते हैं आप जी सारे ठीक ठाक होवोगे। समा कढ़न वास्ते बहुत धन्यवाद। अपना जिहड़ा विशा चल रहा है ये बड़ा ही नाजुक मजमून है, बहुत ही नाजुक विशा है क्योंकि साडे जिहड़े माइंड सैट होए ने, साडा जिहड़ा अकीदा बनिया वो पाठ ते बहुत बनिया। कई बारी आपां गल करदे हां भी गुरबाणी दे विच पाठ रिकमेंडेड नहीं है, ਉਹਦੇ ਨਾਲ हो सकता कईयां दा कोई हिरदे नूं सट वजदी होए, पर मैं गुरबाणी दी विचार तो मुनकर नहीं हो सकता। जो चीज साडे सामने है, कहंदे हथ कंगण नूं आरसी की, ਜਿਹੜੀ चीज साडे सामने गुरबाणी दे असीं दर्शन कर रहे हैं, पढ़ रहे हैं, ਉਹਨੂੰ विचार रहे हैं, पूरा चंगी तरह घोख रहे हैं और एक नहीं दो नहीं 10 एग्जाम्पल्स आपां लै रहे हैं अपने मजमून दे विच। भावें ਉਹ आपां शुरुआत दे विच शब्द कीते होण, जप बाणी दा विख्यान होवे, आनंद बाणी दा, सोले दी बाणी दा, सिद्ध गोश दा, कोई भी आपां विचार कीता ਉਹਦੇ ਚ ਆਪਾਂ काफी एग्जाम्पल्स ਲੈਂਦੇ ਆ। ਸਕਰੀਨ ਤੇ ਖੋਲ ਕੇ ਪੰਨਾ ਨੰਬਰ ਦੱਸਦੇ ਆ ਕਿ ਆਹ ਪੰਨੇ ਨੰਬਰ ਤੇ ਆਹ ਲਿਖਿਆ। ਹੁਣ ਜਿਵੇਂ ਅਸੀਂ ਵਾਅਦਾ ਕੀਤਾ ਸੀ ਕਿ ਆਪਾਂ 25-26 ਸ਼ਬਦ ਲੈਣੇ ਆ ਪਾਠ ਦੇ ਉੱਤੇ, ਬਿਲਕੁਲ ਅਸੀਂ ਉਸੇ ਤਰ੍ਹਾਂ ਬੜੇ ਧਿਆਨ ਨਾਲ ਸ਼ਬਦ ਨੂੰ ਵਿਚਾਰ ਕੇ ਉਹ ਪੂਰੀ ਡੀਟੇਲ ਦੇ ਵਿੱਚ ਆਪਾਂ ਜਾ ਰਹੇ ਹਾਂ। ਅਗਲੇ ਹਫਤੇ ਤੋਂ ਅੱਜ ਜਿੱਦਾਂ ਹੁਣ ਆਪਣਾ ਇਹ ਐਕਸਪਲੇਨੇਸ਼ਨ ਪੂਰੀ ਹੋਣੀ ਹੈ, ਅੱਜ ਜਾਂ ਕੱਲ ਨੂੰ ਮੈਂ ਅਗਲਾ ਸੰਡੇ ਦਾ ਜਿਹੜਾ ਸ਼ਬਦ ਆ ਉਹ ਪਾ ਦੇਣਾ ਤੇ ਆਪ ਜੀ ਨਾਲ ਇੱਕ ਪੂਰੀ ਲਿਸਟ ਵੀ ਜਿਹੜੀ ਪਾਠਾਂ ਦੇ ਸ਼ਬਦ ਆ ਉਹ ਵੀ ਸ਼ੇਅਰ ਕਰੂੰਗਾ ਅੱਜ ਆਪਣੇ ਮੈਸੇਜ ਤੇ, ਆਪਣੇ WhatsApp ਦੇ ਗਰੁੱਪ ਤੇ। ਸੋ ਹੋਮਵਰਕ ਕਰਨਾ ਆਪ ਸਾਰਿਆਂ ਨੇ, ਜਿਹੜਾ ਅਗਲਾ ਸ਼ਬਦ ਆਪਾਂ ਵਿਚਾਰਨਾ ਉਹ ਵੀ ਤੁਸੀਂ ਪੜ੍ਹਨਾ ਚੰਗੀ ਤਰ੍ਹਾਂ, ਆਪਣੇ ਤੌਰ ਤੇ ਵੀ ਉਹਨੂੰ ਸਮਝਣਾ ਹੈ। ਪਰ ਜਦੋਂ ਆਪਾਂ ਵਿਚਾਰ ਕਰਾਂਗੇ ਅਗਲੇ ਸੰਡੇ, ਉਹਦਾ ਆਨੰਦ ਵੱਖਰਾ ਹੋਊਗਾ ਜੇ ਤੁਸੀਂ ਉਸ ਸ਼ਬਦ ਨੂੰ ਪਹਿਲਾਂ ਸ਼ਬਦ ਨਾਲ ਜਾਣ ਪਛਾਣ ਕੀਤੀ ਹੋਊਗੀ। ਸੋ ਮੈਂ ਅੱਜ ਹੀ ਜਾਂ ਕੱਲ ਨੂੰ ਉਹ ਸ਼ਬਦ ਜਿਹੜਾ ਵਿਚਾਰ ਕੇ ਉਹਦੇ ਗਰੁੱਪ ਦੇ ਵਿੱਚ ਪਾ ਦੇਣਾ। ਅਗਲੀ ਲੜੀ ਦਾ ਆਪਣਾ ਜਿਹੜਾ ਸ਼ਬਦ ਸਾਹਮਣੇ ਆਇਆ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਗੌੜੀ ਮਹੱਲਾ ਪਹਿਲਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰਬਰ 225। ਹੁਣ ਇੱਥੇ ਹੈ ਸੇਵਾ ਏਕ ਨਾ ਜਾਣਸ। ਪਹਿਲਾਂ ਆਪਾਂ ਰਹਾਓ ਵਿਚਾਰੀਏ, ਪਹਿਲਾਂ ਰਹਾਓ ਵਿਚਾਰੀਏ, ਕਿਉਂਕਿ ਆਪਣਾ ਜਿਹੜਾ ਅਸੂਲ ਆਪਾਂ ਰੱਖਿਆ ਕਿ ਰਹਾਓ ਸ਼ਬਦ ਦਾ ਜਿਹੜਾ ਤੱਤ ਹੈ, ਪਹਿਲਾਂ ਇਹਨੂੰ ਵਿਚਾਰੀਏ ਕਿ ਰਹਾਓ ਕੀ ਕਹਿੰਦੇ। ਐਸਾ ਰਾਮ ਭਗਤ ਜਨ ਹੋਈ, ਐਸਾ ਫਿਰ ਸਪੇਸ ਰਾਮ ਭਗਤ ਜਨ ਹੋਈ। ਅੱਛਾ, ਇੱਕ ਸੌਖਾ ਤਰੀਕਾ ਤੁਹਾਨੂੰ ਦੱਸਦਾ। ਗੁਰਬਾਣੀ ਦੇ ਵਿੱਚ ਜਿੱਥੇ ਵੀ ਐਸਾ ਆ ਜੇ, ਐਸਾ ਰਾਮ ਜਪੋ ਜੀ ਐਸੇ ਐਸੇ, ਹੈ ਨਾ, ਜਿੱਥੇ ਵੀ ਐਸਾ ਲਫ਼ਜ਼ ਆ ਜਾਵੇ ਉਹਨੂੰ ਮਨ ਦੇ ਵਿੱਚ ਕੈਸਾ ਪੜੋ। ਮਨ ਦੇ ਵਿੱਚ ਗੁਰਬਾਣੀ ਸੱਚ ਹੈ, ਜੋ ਲਿਖਿਆ ਆਪਾਂ ਉਹੀ ਦਰਸ਼ਨ ਕਰਕੇ ਪੜ੍ਹਨਾ, ਲੇਕਿਨ ਮਨ ਦੇ ਵਿੱਚ ਅੱਖਰ ਲੈ ਕੇ ਆਓ ਕੈਸਾ। ਅਗਲੀ ਲਾਈਨ ਦੇ ਵਿੱਚ ਉਹ ਸ਼ਬਦ ਦਾ ਮੀਨਿੰਗ ਕਲੀਅਰ ਹੋ ਜੂ, ਤੁਕ ਦਾ ਮੀਨਿੰਗ ਕਲੀਅਰ ਹੋ ਜੂ ਤੁਹਾਨੂੰ ਆਪਣੇ ਆਪ ਹੀ। ਹੁਣ ਇੱਥੇ ਐਸਾ ਰਾਮ ਭਗਤ ਜਨ ਹੋਈ, ਕੈਸਾ। ਅੱਛਾ, ਜਨ
ਜਿਹੜਾ ਹੈ ਜਦੋਂ ਉਹਦੇ ਨੰਨੇ ਨੂੰ ਔਂਕੜ ਆ ਜਾਵੇ, ਇਹ ਗੱਲ ਯਾਦ ਰੱਖਣੀ ਹੈ, ਜਦੋਂ ਉਹਦੇ ਨੰਨੇ ਨੂੰ ਔਂਕੜ ਆ ਜੇ ਜਨ, ਉਹਦਾ ਮਤਲਬ ਹੈ ਭਗਤ ਜਾਂ ਗੁਰਮੁਖ ਜਾਂ ਗੁਰਸਿੱਖ। ਇਹ ਆਪਾਂ ਸ਼ਬਦ ਦੇ ਵਿੱਚ ਜਦੋਂ ਵਿਚਾਰ ਕਰਾਂਗੇ ਕਲੀਅਰ ਹੋਊ। ਹੁਣ ਰਾਮ ਦਾ ਭਗਤ ਜਨ ਕਿਹੋ ਜਿਹਾ ਹੋਏ, ਕਿਹੋ ਜਿਹਾ ਹੋਏ? ਕਿਉਂਕਿ ਹਰ ਗੁਣ ਗਾਏ ਮਿਲੈ ਮਲ ਧੋਈ, ਇਸ ਤਰ੍ਹਾਂ ਦਾ। ਕਿਉਂਕਿ ਉਹ ਜਿਹੜਾ ਭਗਤ ਹੈ, ਜਿਹੜਾ ਜਨ ਹੈ, ਜਿਹੜਾ ਅਕਾਲ ਪੁਰਖ ਦੇ ਨਾਮ ਦੀ ਸੇਵਾ ਕਰ ਰਿਹਾ, ਅਕਾਲ ਪੁਰਖ ਦੀ ਸੇਵਾ ਕਰ ਰਿਹਾ ਨਾਮ ਜਪ ਕੇ, ਉਹ ਅੰਦਰਲੀਆਂ ਬੁਰਾਈਆਂ ਤੋਂ ਮੁਕਤ ਹੋ ਜਾਂਦਾ ਹੈ। ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਦੇ ਅੰਦਰੋਂ ਨਿਕਲ ਜਾਂਦਾ। ਹਰ ਗੁਣ ਗਾਏ, ਹਰ ਗੁਣ ਗਾਉਣ ਦਾ ਮਤਲਬ ਹੈ ਨਾਮ ਜਪਣਾ, ਨਾਮ ਅਭਿਆਸ ਕਰਨਾ। ਇਹ ਵੀ ਅਸੂਲ ਸਾਰੀ ਗੁਰਬਾਣੀ 'ਚ ਲਾਗੂ ਹੋਏਗਾ। ਜਿੱਥੇ ਗੁਣ ਗਾਉਣ ਦਾ ਆ ਗਿਆ, ਉਸ ਦਾ ਮਤਲਬ ਕੇਵਲ ਤੇ ਕੇਵਲ ਨਾਮ ਅਭਿਆਸ ਹੈ। ਕਿਉਂਕਿ ਜਿਹੜੀ ਅਗਲੀ ਗੱਲ ਲਿਖੀ ਹੈ ਨਾ, ਮਿਲੈ, ਹਰ ਗੁਣ ਗਾਏ ਮਿਲੈ ਮਲ ਧੋਈ, ਉਹਦੇ ਅੰਦਰੋਂ ਮਾਇਆ ਨਿਕਲ ਗਈ, ਪੰਜ ਨਿਕਲ ਗਏ, ਤੇ ਉਹ ਅਕਾਲ ਪੁਰਖ ਨਾਲ ਉਹਦਾ ਮਿਲਾਪ ਹੋ ਜਾਂਦਾ ਹੈ। ਐਸਾ ਭਗਤ ਹੋਣਾ ਚਾਹੀਦਾ। ਜੇਕਰ ਇਹ ਸਾਡੀ ਅਵਸਥਾ ਨਹੀਂ ਹੈ ਤੇ ਅਸੀਂ ਅਜੇ ਬਹੁਤ ਸਾਡਾ ਸ਼ੁਰੂਆਤੀ ਦੌਰ ਹੈ, ਅਜੇ ਸਾਰਾ ਕੁਝ ਸਾਨੂੰ ਅਸਰ ਕਰ ਸਕਦਾ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਵੀ, ਨਾਮ ਜਪਦਿਆਂ ਜਪਦਿਆਂ ਵੀ ਹਰ ਚੀਜ਼ ਦਾ ਅਸਰ ਸਾਡੇ ਤੇ ਹੋ ਸਕਦਾ, ਕਿਉਂਕਿ ਅਸੀਂ ਅਜੇ, ਸਾਡੇ ਅੰਦਰ ਅਜੇ ਮੈਲ ਹੈ। ਹੁਣ ਆਪਾਂ ਸ਼ਬਦ ਸ਼ੁਰੂ ਕਰੀਏ। ਗੌੜੀ ਮਹੱਲਾ ਪਹਿਲਾ। ਸੇਵਾ ਏਕ ਨਾ ਜਾਣ ਸਵਰੇ, ਪਰਪੰਚ ਵਿਆਦ ਤਿਆਗੈ ਕਵਰੇ। ਸੇਵਾ ਏਕ, ਸਪੇਸ, ਇੱਕ ਦੀ ਇਬਾਦਤ ਕਰਨੀ ਹੈ, ਕਿਸੇ ਹੋਰ ਨੂੰ ਜਾਣਨ ਦੀ ਲੋੜ ਨਹੀਂ। ਬਸ that is all। ਇੱਕ ਅਕਾਲ ਪੁਰਖ ਦੀ ਇਬਾਦਤ ਕਰਨੀ ਹੈ, ਕਿਸੇ ਹੋਰ ਨੂੰ ਜਾਣਨ ਦੀ ਲੋੜ ਨਹੀਂ। ਪਰਪੰਚ ਵਿਆਦ ਤਿਆਗੈ ਕਵਰੇ। ਦੁੱਖਾਂ ਆਦਿ ਤੋਂ ਸੁਰਖਰੂ ਹੋਣ ਲਈ ਕੀਤੇ ਉਪਾਅ ਤੇ ਕੂੜ ਕਰਮ ਕਾਂਡ ਛੱਡ ਦੇ, ਤਿਆਗ ਦੇ, ਕਿਉਂਕਿ ਇਹਨਾਂ ਨੇ ਕੱਖ ਨਹੀਂ ਸਵਾਰਨਾ। ਜੇ ਪ੍ਰਭੂ ਦੇ ਭਾਣੇ ਵਿੱਚ ਜੀਣਾ ਸਿੱਖ ਲਿਆ ਤਾਂ ਪ੍ਰਭੂ ਦਾ ਮਿਲਾਪ ਹੋ ਸਕਦਾ। ਸਗੋਂ ਅਕਾਲ ਪੁਰਖ ਦੇ ਨਾਲ ਇੱਕ ਮਿਕਤਾ ਹੋ ਸਕਦੀ ਹੈ। ਕਹਿੰਦੇ ਭਾਏ ਮਿਲੈ। ਭਾਏ ਮਤਲਬ ਪ੍ਰਭੂ ਦੇ ਭਾਣੇ ਦੇ ਵਿੱਚ ਜੀਣਾ। ਭਾਏ ਮਿਲੈ, ਜੇ ਅਸੀਂ ਪ੍ਰਭੂ ਦੇ ਭਾਣੇ ਦੇ ਵਿੱਚ ਆ ਗਏ ਤੇ ਅਕਾਲ ਪੁਰਖ ਨਾਲ ਮਿਲਾਪ ਸੰਭਵ ਹੈ, ਹੋ ਸਕਦਾ ਹੈ। ਇੰਨਾ ਹੀ ਨਹੀਂ, ਸਗੋਂ ਉਸ ਅਕਾਲ ਪੁਰਖ ਨਾਲ ਇੱਕ ਮਿਕਤਾ ਹੋ ਸਕਦੀ ਹੈ। ਜਿਹੜਾ ਭਗਤ ਹੈ, ਜਿਹੜਾ ਜਨ ਹੈ, ਗੁਰਸਿੱਖ ਹੈ, ਗੁਰਮੁਖ ਹੈ, ਨਾਮ ਅਭਿਆਸੀ ਹੈ, ਉਹ ਅਕਾਲ ਪੁਰਖ ਦਾ ਰੂਪ ਬਣ ਜਾਂਦਾ। ਭਾਏ ਮਿਲੈ ਸੱਚ ਸੱਚੈ ਸੱਚ ਰੇ, ਉਹਦਾ ਹੀ ਰੂਪ ਹੋ ਜਾਂਦਾ। ਪਹਿਲੇ ਨੰਬਰ ਦੀ ਤੁਕ ਮੈਂ ਇੱਕ ਵਾਰੀ ਫੇਰ ਦੁਹਰਾ ਦਿੰਨਾ। ਸੇਵਾ ਏਕ ਨਾ ਜਾਣ ਸਵਰੇ, ਪਰਪੰਚ ਵਿਆਦ ਤਿਆਗੈ ਕਵਰੇ। ਭਾਏ ਮਿਲੈ ਸੱਚ ਸੱਚੈ ਸੱਚ ਰੇ।
ਭਗਤੀ ਇਬਾਦਤ ਇੱਕ ਅਕਾਲ ਪੁਰਖ ਦੀ ਕਰਨੀ ਹੈ, ਕਿਸੇ ਹੋਰ ਨੂੰ ਜਾਣਨ ਦੀ ਲੋੜ ਨਹੀਂ ਹੈ। ਦੁੱਖਾਂ ਆਦਿ ਤੋਂ ਸੁਰਖਰੂ ਹੋਣ ਲਈ ਕੀਤੇ ਉਪਾਅ ਕੂੜ ਕਰਮਕਾਂਡ ਛੱਡ ਦੇ, ਇਹ ਕੱਖ ਨਹੀਂ ਸਵਾਰ ਸਕਦੇ। ਪ੍ਰਭੂ ਦੇ ਭਾਣੇ ਵਿੱਚ ਜੇ ਜੀਣਾ ਸਿੱਖ ਲਿਆ ਤਾਂ ਅਕਾਲ ਪੁਰਖ ਨਾਲ ਮਿਲਾਪ ਹੋ ਹੀ ਸਕਦਾ ਹੈ। ਮਿਲਾਪ ਹੀ ਨਹੀਂ, ਸਗੋਂ ਅਕਾਲ ਪੁਰਖ ਨਾਲ ਇੱਕ ਮਿਕਤਾ ਹੋ ਸਕਦੀ ਹੈ। ਐਸਾ, ਹੁਣ ਲਫ਼ਜ਼ ਮੈਂ ਜਿਹੜਾ ਬੋਲਿਆ ਸੀ ਕੈਸਾ ਐਸਾ, ਜਿਹੜਾ ਆਪਾਂ ਉੱਤੇ ਕਲੀਅਰ ਕੀਤਾ, ਜਿਹੜਾ ਇੱਕ ਦੀ ਇਬਾਦਤ ਕਰ ਰਿਹਾ, ਜਿਹਨੇ ਕੂੜ ਕਰਮ ਕਾਂਡਾਂ ਦਾ ਤਿਆਗ ਕਰ ਦਿੱਤਾ ਹੈ, ਇਹ ਗੁਰਬਾਣੀ ਦਾ ਹੁਕਮ ਹੈ, ਅਸੀਂ ਇਹਦੇ ਅਨੁਸਾਰ ਗੱਲ ਕਰਨੀ ਹੈ। ਹੋਰ ਅਸੀਂ ਕਥਾ ਕਥੌਲੀਆਂ ਬਾਹਰੋਂ ਹੋਰ ਜਿੰਨਾ ਲਿਟਰੇਚਰ ਸਾਡੇ ਧਰਮ ਦੇ ਵਿੱਚ ਮੜ ਦਿੱਤਾ ਗਿਆ, ਜੋੜ ਦਿੱਤਾ ਗਿਆ, ਅਸੀਂ ਉਹ ਚੋਂ ਕੱਖ ਨਹੀਂ ਪੜ੍ਹਨਾ, ਲੋੜ ਹੀ ਨਹੀਂ ਹੈ। पोथी परमेश्वर का थान, साध संगे गाव हैं गुण गोबिंद, पूर्ण ब्रह्म ज्ञान, क्लियर है। 1429 अंक पूर्ण ब्रह्म ज्ञान है, सानू होर किसी ज्ञान की लोड़ नहीं। सो एक दी इबादत करनी है, किसी होर नू जानन दी लोड़ नहीं। दुखां तो सुरखरू होने वास्ते, दुखां तो खैड़ा छडाउण वास्ते कर्मकांड छड्डने पैने है। प्रभु दे भाणे विच आके उस करते पुरख नाल मिलाप संभव है। मिलाप ही नहीं, सगों उस करते पुरख दे नाल एक मिकता हो जाती है। ऐसा राम भगत जन होई। इस तरह का भगत बनना पऊ, नाम भी जपना पऊ, कर्मकांडां तो खैड़ा छडाउणा पऊ ते अकाल पुरख दे भाणे विच आउणा पऊ। किस तरह आऊगा? किस तरह? हर गुण गाए, नाम जप के, नाम अभ्यास दे नाल मिलै मल धोई। अकाल पुरख भी मिलो ते अंदर भी साफ हो। ये शब्द दा रहाओ है, तत्त वस्तु है। अगे चली, नंबर 2 दी तुक की कहंदी? कमल दी गल बड़ी वारी, कवल दी गल, कवल कमल बड़ी वारी, उंदो कमल ये आया गुरबाणी च। देखो, एक सीधा जिहा मीनिंग आपां लैना, जिस तरह आपां पिछली वारी शायद जिक्र कीता सी, जागना, जाग रे मन जागण हारे, ते दूसरा सौना, मन सोया माया विस्माद। जेड़ा जागना है असल च है कि अंतर्मुखी है कि जाग गया जेड़ा बंदा वो माया तो परे है। जेड़ा बंदा हाली सुत्ता, सुत्ते दा जिक्र आया वो फिर माया दे विच है। इसे तरह जदों कमल दा जिक्र आया या कवल दा जिक्र आया, जिथे कमल मुद्दा है वो है माया दे विच, जिथे कमल सीधा हो गया वो नाम पदार्थ दे लागे, जाग गया, नाम पदार्थ दे लागे है, जिहड़ा साडा चौथा पदार्थ है। उंदो कवल सगल संसार है। सारे जगत विच जीव माया दे वस होके गुरमत तो उल्ट हो जाते हैं। उंदो कवल सगल संसार है, माया दे विच आ गए, माया दे वस होके गुरमत तो उल्ट हो जाते हैं। दुरमत अगन जगत पर जा रहा है। ये जिहड़ी विकारां दी अग संसारी जीवां नूं साड़ रही है। हुण फैसला देण लगे तीजी लाइन दे विच, 2 नंबर दी पूरे जिहड़ा पदा है तीजी लाइन दे विच फैसला देण लगे है। कहंदे सो उभरै गुर शब्द विचार है। केवल वो ही इस माया दी अग तो बच सकता है जो
शब्द की विचार करता है, भाव नाम का अभ्यास करता है। शब्द के दद्दे नूं औंकड़ है, ये एक शब्द की गल है। एक शब्द जिहड़ा बाबा नानक कह रहा है, एक शब्द मेरे प्राणे बस्त है, बाहड़ जन्म ना आवा। एक शब्द की गल है, एक करते पुरख दी नाम की इबादत की गल है, भगती की गल है। गुर शब्द विचार है, एक शब्द। वाह गुरु, वाह गुरु, वाह गुरु। बस दैट इज ऑल। ਇਹਦੇ ਵਿੱਚ ਹੀ ਸਾਰਾ ਕੁਝ ਹੈ। ਉਂਦੋ ਕੰਵਲ ਸਗਲ ਸੰਸਾਰ ਹੈ। ਸਾਰੇ ਜਗਤ ਵਿੱਚ ਜੀਵ ਜਿਹੜੇ ਹੈ ਮਾਇਆ ਦੇ ਵਸ ਹੋ ਕੇ ਗੁਰਮਤ ਤੋਂ ਪਰੇ ਚਲੇ ਜਾਂਦੇ ਹੈ। ਦੁਰਮਤ ਅਗਨ ਜਗਤ ਪਰ ਜਾ ਰਿਹਾ ਹੈ। ਇਹ ਜਿਹੜੀ ਵਿਕਾਰਾਂ ਦੀ ਅੱਗ ਹੈ ਸੰਸਾਰੀ ਜੀਵਾਂ ਨੂੰ ਸਾੜ ਰਹੀ ਹੈ। ਉਸ ਦਾ ਹੀ ਬਚਾਅ ਹੋਏਗਾ ਜੋ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਦੀ ਸ਼ਬਦ ਦੀ ਬੰਦਗੀ ਕਰਦਾ ਹੈ। ਐਸਾ ਰਾਮ ਭਗਤ ਜਨ ਹੋਈ। ਇਦਾਂ ਦੇ ਫਿਰ ਜਿਹੜੇ ਅਵਸਥਾ ਵਾਲੇ ਜਗਿਆਸੂ ਪਹੁੰਚਣਗੇ ਉਹ ਫਿਰ ਅਕਾਲ ਪੁਰਖ ਦੇ ਭਗਤ ਮੰਨੇ ਜਾਣਗੇ, ਜਨ ਮੰਨੇ ਜਾਣਗੇ। ਜਿਹੜਾ ਨੰਨੇ ਨੂੰ ਔਂਕੜ ਆਇਆ ਇਹ ਵੀ ਫਰਕ ਆਪਾਂ ਕਲੀਅਰ ਕਰਾਂਗੇ। ਬਹੁਤ ਜ਼ਿਆਦਾ ਹੋ ਗਿਆ ਹੋਣਾ, ਗਾਂ ਦੀ ਗਾਂ ਜਿਹੜੇ ਨਵੇਂ ਜੁੜ ਰਹੇ ਨੇ ਉਹਨਾਂ ਨਾਲ ਵੀ ਆਪਾਂ ਇਹ ਕਲੀਅਰ ਕਰ ਦਿੱਤਾ। ਉਹ ਫਿਰ ਰਾਮ ਭਗਤ ਅਕਾਲ ਪੁਰਖ ਦਾ ਭਗਤ ਅਖਵਾਏਗਾ ਜਿਨੇ ਨਾਮ ਜਪ ਜਪ ਕੇ ਅਕਾਲ ਪੁਰਖ ਨਾਲ ਮਿਲਾਪ ਕੀਤਾ। ਮਿਲਾਪ ਤਾਂ ਹੋਇਆ ਕਿਉਂਕਿ ਅੰਦਰੋਂ ਉਹਨੇ ਆਪਣੀ ਮੈਲ ਵੀ ਸਾਫ਼ ਕਰ ਲਈ ਹੈ, ਪੰਜਾਂ ਦੀ, ਮਾਇਆ ਦੀ, ਵਿਕਾਰਾਂ ਦੀ। ਸੁਰਖਰੂ ਹੋ ਗਿਆ, ਪਿਓਰ ਹੋ ਗਿਆ। ਅਗਲੀ ਗੱਲ, ਪਦਾ ਨੰਬਰ 3, ਭ੍ਰਿੰਗ, ਪਤੰਗ, ਕੁੰਚਰ ਅਰ ਮੀਨਾ। ਹੁਣ ਇਹ ਜੂਨਾਂ ਦਾ ਜ਼ਿਕਰ ਕੀਤਾ। ਬੜੇ ਧਿਆਨ ਨਾਲ ਸ਼ਬਦ ਨੂੰ ਆਪਾਂ ਉੱਥੇ ਰਹਾਉ ਦੀ ਤੁਕ ਤੇ ਤੱਤ ਵਸਤੂ ਤੇ ਆਉਣਾ ਔਰ ਇਸ ਚੀਜ਼ ਨੂੰ ਬੜੇ ਧਿਆਨ ਨਾਲ ਆਪਾਂ ਸਮਝਣਾ। ਜੂਨਾਂ ਦਾ ਜ਼ਿਕਰ ਹੈ। ਦੇਖੋ ਭ੍ਰਿੰਗ, ਭੌਰਾ ਜਿਹੜਾ ਉਹ ਫੁੱਲ 'ਚ, ਪਤੰਗ, ਪਤੰਗਾ ਜਿਹੜਾ ਹੈ ਉਹ ਦੀਵੇ ਦੀ ਲਾਟ ਤੇ ਸੜ ਜਾਂਦਾ। ਕੁੰਚਰ ਹਾਥੀ, ਹਾਥੀ ਨੂੰ ਕਾਮ ਦਾ ਰੋਗ ਬਹੁਤ ਬੁਰਾ ਹੁੰਦਾ, ਬਹੁਤ ਬੁਰਾ ਕਾਮ ਦਾ ਰੋਗ ਹੁੰਦਾ ਔਰ ਉਸੇ ਰੋਗ ਕਰਕੇ ਉਹ ਫਸ ਜਾਂਦਾ। ਮੀਨਾ, ਮੱਛੀ ਜਿਹੜੀ ਹੈ ਉਹ ਗੰਡੋਏ ਵਾਲੀ ਕੁੰਡੀ 'ਚ ਫਸ ਜਾਂਦੀ ਹੈ। ਗੰਡੋਏ ਦਾ ਬਹੁਤ ਸਵਾਦ ਹੁੰਦਾ ਉਹਨੂੰ ਖਾਣ ਦਾ, ਉਹ ਗੰਡੋਏ ਵਾਲੀ ਕੁੰਡੀ ਦੇ ਵਿੱਚ ਫਸ ਜਾਂਦੀ ਹੈ। ਮਿਰਗ, ਹਿਰਨ ਜਿਹੜਾ ਹੈ ਉਹ ਗੰਡੀ ਹੇੜੀ, ਗੰਡੀ ਹੇੜੀ ਇੱਕ ਇੰਸਟਰੂਮੈਂਟ ਦੇਸੀ ਪੁਰਾਣਾ ਹੁੰਦਾ ਸੀ, ਘੜੇ ਦੇ ਉੱਤੇ ਤੰਦੀ ਲਾ ਕੇ ਧੁਨ ਵਜਾਈ ਜਾਂਦੀ ਸੀ, ਬਹੁਤ ਮਿੱਠੀ ਧੁਨ ਨਿਕਲਦੀ ਸੀ। ਜਿਹੜਾ ਹਿਰਨ ਹੈ ਉਹ ਗੰਡੀ ਹੇੜੀ ਦੀ ਧੁਨ ਦੇ ਵਿੱਚ ਫਸ ਕੇ ਮਰਦਾ। ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਇਸ ਤਰ੍ਹਾਂ ਤ੍ਰਿਸ਼ਨਾ ਵਿੱਚ ਜੀਵ ਇੰਨਾ ਖੱਚਤ ਹੋ ਗਿਆ, ਇੰਨਾ ਧੱਸ ਗਿਆ, ਇੰਨਾ ਡੁੱਬ ਗਿਆ ਕਿ ਨਾਮ ਰੂਪੀ ਤੱਤ ਵਸਤੂ ਦੀ ਸਮਝ ਨਹੀਂ ਆ ਰਹੀ। ਹੋਰ ਕਰਮਕਾਂਡ ਚਬੇੜੀ ਬੈਠਾ ਆਪਣੇ ਨਾਲ, ਪਰ ਇੱਕ ਨਾਮ ਦੀ ਤੱਤ ਵਸਤੂ ਦੀ ਸਮਝ ਨਹੀਂ ਆ ਰਹੀ। ਕਿਉਂਕਿ ਤ੍ਰਿਸ਼ਨਾ ਦੇ ਵਿੱਚ ਰਾਚੇ, ਚੱਚੇ ਨੂੰ ਸਿਹਾਰੀ, ਤ੍ਰਿਸ਼ਨਾ ਦੇ ਵਿੱਚ ਰਚਿਆ ਪਿਆ, ਇੱਕ ਮਿਕ ਹੋਇਆ ਪਿਆ, ਉਹ ਤਤ ਨਹੀਂ ਬੀਨਾ। ਤੇ ਉਹ ਗੁਰਮਤ ਦਾ ਕਿੱਥੋਂ ਪਤਾ ਲੱਗਣਾ ਉਹਨੂੰ? ਨਾਮ ਰੂਪੀ ਤਤ ਵਸਤੂ ਦਾ ਕਿੱਥੋਂ ਪਤਾ ਲੱਗਣਾ ਉਹਨੂੰ? ਬੀਨਾ, ਬੀਨਾ ਜਿਹੜਾ ਲਫ਼ਜ਼ ਹੈ ਇਹਦਾ ਮੀਨਿੰਗ ਹੈ ਸੁਜਾਖਾ। ਇੱਕ ਲਫ਼ਜ਼ ਹੈ ਅਬੀਨਾ। ਅਬੀਨਾ ਜਿਹੜਾ ਲਫ਼ਜ਼ ਹੈ ਇਹਦਾ ਮਤਲਬ ਹੈ ਅੰਨਾ। ਅਧਿਆਤਮਕ ਤੌਰ ਤੇ, ਦੁਨਿਆਵੀ ਤੌਰ ਤੇ ਭਾਵੇਂ ਉਹ 10 ਮੀਲ ਤੱਕ ਦੇਖ ਸਕਦਾ ਹੋਵੇ, 50 ਮੀਲ ਤੱਕ ਦੇਖ ਸਕਦਾ ਹੋਵੇ,
पर जे वो अध्यात्मक तौर दे उत्ते अकाल पुरख नूं नहीं जान सकिया, इबादत नहीं कर सकिया, ते ओहदे सजाखे होण दा कोई फायदा नहीं है, ओहदी तिखी निगाह दा कोई फायदा नहीं। ठीक है जी। सो ये जूना का जिक्र इत्थे कर दिता, एग्जाम्पल देतियां। भौरा फुल च फस जाता है, पतंगा जिहड़ा है वो दीवे की लाट ते सड़ जाता है, कुंचर काम दे रोग विच पै के फस जाता है, मीना जिहड़ी मच्छी है वो गंडोए वाली कुंडी दे विच फस जाती है, जिहड़ा हिरन है वो गंडी हेड़ी दी धुन दे विच फस जाता। वो धुन वजाउंदे ने शिकारी, ते हिरन जिहड़ा वो धुन नूं सुन के उधर नूं भजना शुरू कर दिंदा। इहदा भी बड़ा जिक्र है गुरबाणी च हिरन दा। और ये जदों हिरन खुश हुंदा है, इहदी धुनी दे विच एक पदार्थ हुंदा है, कस्तूरी उहनूं कहंदे है, ते ਉਹ ਜਦੋਂ ਇਹ ਖੁਸ਼ ਹੁੰਦਾ ਹੈ ਉਦੋਂ ਉਹਦੇ ਆਪਣੇ ਅੰਦਰੋਂ ਹੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਤੇ ਉਹ ਬਸ ਉਸੇ ਖੁਸ਼ਬੂ ਦੇ ਵਿੱਚ, ਉਸੇ ਧੁਨ ਦੇ ਵਿੱਚ ਡੌਰਪੁਰਾ ਹੋਇਆ, ਜਿੱਥੇ ਧੁਨ ਵੱਜ ਰਹੀ ਹੁੰਦੀ ਹੈ ਉੱਥੇ ਪਹੁੰਚ ਜਾਂਦਾ ਹੈ ਔਰ ਹਿਰਨ ਨੂੰ ਫੜ ਲਿਆ ਜਾਂਦਾ ਸ਼ਿਕਾਰੀ ਦੇ ਦੁਆਰਾ। ਇਹ ਸਾਰੀਆਂ ਪੁਰਾਣੀਆਂ ਪੁਰਾਤਨ ਵਿਧੀਆਂ ਨੇ ਜਦੋਂ ਜਾਨਵਰ ਜਿਹੜੇ ਆ ਉਹ ਫੜਦੇ ਹੁੰਦੇ ਸੀ। ਹਾਥੀ ਨੂੰ ਜਦੋਂ ਫੜਨਾ ਹੁੰਦਾ ਸੀ, ਕਾਗਜ਼ ਦੀ ਹੱਥਣੀ ਬਣਾ ਕੇ ਖੜੀ ਕੀਤੀ ਜਾਂਦੀ ਸੀ, ਗੱਤੇ ਦੀ। ਉਹ ਹੱਥਣੀ ਬਣਾ ਕੇ ਟੋਆ ਪਹਿਲਾਂ ਪੁੱਟਿਆ ਜਾਂਦਾ ਸੀ ਡੂੰਘਾ, ਔਰ ਉਹਦੇ ਵਿੱਚ ਸੁੱਕਾ ਘਾਹ ਪਾ ਕੇ ਉਸ ਘਾਹ ਦੇ ਉੱਤੇ ਹੱਥਣੀ ਜਿਹੜੀ ਕਾਗਜ਼ ਦੀ ਖੜੀ ਕਰ ਦਿੱਤੀ ਜਾਂਦੀ ਸੀ, ਔਰ ਹਾਥੀ ਉਸ ਹੱਥਣੀ ਨੂੰ ਦੇਖ ਕੇ ਉਹਦੇ ਵੱਲ ਨੱਠਿਆ ਆਉਂਦਾ ਸੀ, ਕਿਉਂਕਿ ਕਾਮ ਦੇ ਰੋਗ ਦੇ ਵਿੱਚ ਫਸਿਆ ਹੁੰਦਾ। ਉਹ ਜਦੋਂ ਉਸ ਕਾਗਜ਼ ਦੀ ਹੱਥਣੀ ਜਿਹੜੀ ਸੁੱਕੇ ਘਾਹ ਤੇ ਹੈ ਟੋਏ ਦੇ ਵਿੱਚ ਖੜੀ ਕੀਤੀ ਉਹਨਾਂ ਨੇ, ਤੇ ਜਦੋਂ ਹਾਥੀ ਦਾ ਭਾਰ ਉਸ ਘਾਹ ਤੇ ਪੈਂਦਾ ਤੇ ਉਹ ਥੱਲੇ ਚਲਾ ਜਾਂਦਾ ਤੇ ਟੋਏ 'ਚ ਫਸ ਜਾਂਦਾ। ਉਦੋਂ ਬਾਅਦ ਉਹਨੂੰ ਫੜ ਲੈਂਦੇ ਆ। ਇਹਨਾਂ ਚੀਜ਼ਾਂ ਦਾ ਜ਼ਿਕਰ ਵੀ ਬਹੁਤ ਗੁਰਬਾਣੀ 'ਚ ਆਉਂਦਾ। ਸੋ ਹੁਣ ਇਹ ਜੂਨਾਂ ਦਾ ਜ਼ਿਕਰ ਆ ਗਿਆ। ਹੁਣ ਭਗਤ ਕੈਸਾ ਹੋਵੇ? ਹੁਣ ਭਗਤ ਜਿਹੜਾ ਹੈ ਕੈਸਾ ਹੋਵੇ? ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ, ਮਿਲੈ ਪ੍ਰਭ ਮਿਲੈ ਮਲ ਧੋਈ। ਹੁਣ ਭਗਤ ਕੈਸਾ ਹੋਵੇ, ਇਹ ਕਿਸ ਤਰ੍ਹਾਂ ਇਹਦੇ ਨਾਲ ਰਹਾਉ ਦੇ ਨਾਲ ਸੰਬੰਧ ਕਰੇਗੀ ਤੁਕ, ਕਿ ਉਹਦੀ ਜਿਹੜੀ ਬਿਰਤੀ ਹੈ ਉਹ ਭਰਿੰਗ ਵਾਲੀ ਨਾ ਹੋਵੇ, ਭੌਰੇ ਵਾਲੀ ਨਾ ਹੋਵੇ। ਉਹਦੀ ਬਿਰਤੀ ਜਿਹੜੀ ਹੈ ਉਹ ਪਤੰਗੇ ਵਾਲੀ ਨਾ ਹੋਵੇ, ਉਹ ਕੁੰਚਰ ਵਰਗਾ ਨਾ ਹੋਵੇ, ਉਹ ਮੀਨਾ ਵਰਗਾ ਨਾ ਹੋਵੇ। ਭਾਵ ਮਾਇਆ ਤੋਂ ਪਰੇ ਹੋਵੇ। ਇਹ ਸਭ ਮਾਇਆ ਜਾਲ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਤੋਂ ਮੁਕਤ ਨਹੀਂ ਗੇ ਇਹ ਜਿਹੜੇ ਜਿਹੜੀਆਂ ਜੂਨਾਂ ਦਾ ਜ਼ਿਕਰ ਆ ਰਿਹਾ, ਭਰਿੰਗ ਪਤੰਗ ਕੁੰਚਰ ਔਰ ਮੀਨਾ ਔਰ ਮਿਰਗ। ਇਹ ਪੰਜ ਚੀਜ਼ਾਂ ਉਹਨਾਂ ਨੇ ਪੰਜ ਐਗਜ਼ਾਮਪਲ ਸਾਨੂੰ ਦੇ ਦਿੱਤੀਆਂ। ਇਹ ਲਾਲਚ ਕਰਕੇ, ਮਾਇਆ ਕਰਕੇ, ਕਾਮ ਕਰਕੇ, ਅਟੈਚਮੈਂਟ ਕਰਕੇ, ਇਹ ਸਭ ਜੂਨਾਂ ਜਿਹੜੀਆਂ ਫਸ ਜਾਂਦੀਆਂ ਨੇ। ਔਰ ਜਿਹੜਾ ਭਗਤ ਹੈ ਉਹ ਨਾਮ ਅਭਿਆਸ ਕਰਕੇ, ਨਾਮ ਜਪ ਕੇ, ਇੱਕ ਅਕਾਲ ਪੁਰਖ ਦੀ ਇਬਾਦਤ ਕਰਕੇ ਉਸ ਨਾਲ ਮਿਲਾਪ ਕਰਦਾ ਹੈ। ਮਿਲਾਪ ਹੁੰਦਾ ਹੀ ਤਾਂ ਹੈ ਜਦੋਂ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਤੋਂ ਛੁਟਕਾਰਾ ਹੋ ਜਾਂਦਾ ਹੈ। ਅੱਗੇ ਚਲਿਏ। ਹੁਣ ਕਾਮ ਚਿੱਤੈ ਕਾਮਣ ਹਿਤਕਾਰੀ, क्रोध विनाशै सगल विकारी, पत मत खोवै नाम विसारी। काम विच फसिया या कामना विच फसिया केवल बुराइयां नाल प्रेम करदा, हेत करदा। काम चित्तै कामण हितकारी,
ਇਹ ਪ੍ਰਵਿਰਤੀ ਨਹੀਂ ਸਾਡੀ। ਅਸੀਂ ਕਿਸੇ ਦੇ ਔਗਣ, ਸਾਨੂੰ ਇੱਕ ਨਿੱਕਾ ਜਿਹਾ ਔਗਣ ਮਿਲ ਜੇ ਕਿਸੇ ਖਾਸ ਬੰਦੇ ਦਾ, ਅਸੀਂ ਖਲਾਰਾ ਪਾ ਦਿੰਦੇ ਹਾਂ ਸਾਰਾ ਉਹਦਾ। ਇਹ ਤੇ ਇਦਾਂ ਦਾ, ਭਾਵੇਂ ਉਹਦੇ ਚ 99% ਪੋਜ਼ਿਟਿਵ ਗੁਣ ਹੋਣ, ਚੰਗਾ ਹੋਵੇ, ਪਰ ਨਹੀਂ, ਕਿਉਂਕਿ ਕਾਮ ਚਿੱਤੈ ਕਾਮਨ ਹਿਤਕਾਰੀ, ਕਾਮਨਾ ਦੇ ਵਿੱਚ ਫਸਿਆ ਕੇਵਲ ਬੁਰਾਈਆਂ ਨਾਲ ਹੇਤ ਕਰ। ਕ੍ਰੋਧ ਬਿਨਾਸੈ ਸਗਲ ਵਿਕਾਰੀ, ਕ੍ਰੋਧ ਸਭ ਭ੍ਰਿਸ਼ਟ ਜੀਵ ਆਤਮਾਵਾਂ ਨੂੰ ਤਬਾਹ ਕਰ ਦਿੰਦਾ। ਕ੍ਰੋਧ ਇੰਨਾ ਖਤਰਨਾਕ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਸਾਰੀ ਤੁਹਾਡੀ ਬਾਡੀ ਖਰਾਬ ਕਰ ਦਿੰਦਾ। ਇੰਨਾ ਕ੍ਰੋਧ ਇਹ ਚੰਡਾਲ ਦਾ ਰੂਪ ਹੈ, ਆਪਣਾ ਹੀ ਸਰੀਰ ਬੰਦਾ ਖਰਾਬ ਕਰ ਲੈਂਦਾ। ਕਿਉਂਕਿ ਲਿਖਿਆ ਗੁਰਬਾਣੀ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਹੁਣ ਇੱਥੇ ਕਾਮ ਚਿੱਤੈ ਕਾਮਨ ਹਿਤਕਾਰੀ, ਕਾਮਨਾ ਵਿੱਚ ਫਸਿਆ ਕੇਵਲ ਤੇ ਕੇਵਲ ਬੁਰਾਈਆਂ ਨਾਲ ਹੇਤ ਕਰਦਾ। ਤੇ ਕ੍ਰੋਧ ਜਿਹੜਾ ਹੈ ਸਭ ਭ੍ਰਿਸ਼ਟ ਜੀਵ ਆਤਮਾਵਾਂ ਨੂੰ ਤਬਾਹ ਕਰ ਦਿੰਦਾ, ਕਿਉਂਕਿ ਨਾਮ ਬੰਦਗੀ ਤੋਂ ਦੂਰ ਹੋ ਕੇ ਐਸੇ ਜੀਵ ਆਪਣੀ ਪੱਤ, ਆਪਣੀ ਅਕਲ, ਆਪਣੀ ਬੁੱਧੀ ਗਵਾ ਬੈਠਦੇ ਆ ਨਾਮ ਨੂੰ ਵਿਸਾਰ ਕੇ। ਜਿੱਥੇ ਨਾਮ ਨਹੀਂ ਹੈ ਉੱਥੇ ਮਾਇਆ ਪ੍ਰਚੰਡ ਹੈ, ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਚੰਡ ਹੈ। ਕੋਈ ਅਕਾਲ ਪੁਰਖ ਦੀ ਰਹਿਮਤ ਹੋਵੇ, ਮਨੁੱਖ ਇਹਨਾਂ ਤੋਂ ਬਚ ਸਕਦਾ ਹੈ, ਅਦਰਵਾਈਜ਼ ਨਾਮ ਤੋਂ ਬਿਨਾ ਬਚਾਅ ਸੰਭਵ ਨਹੀਂ ਹੈ। ਨਾ ਕਾਮ ਤੋਂ, ਨਾ ਕ੍ਰੋਧ ਤੋਂ, ਨਾ ਬਾਕੀ ਮਾਇਆ ਤੋਂ। ਮੈਂ ਪਹਿਲਾਂ ਵੀ ਦੱਸਿਆ, ਜਿੱਥੇ ਇੱਕ ਜਾਂ ਦੋ ਚੀਜ਼ਾਂ ਵੀ ਆ ਜਾਣ, ਇੱਥੇ ਕਾਮ ਤੇ ਕ੍ਰੋਧ ਆ ਰਿਹਾ ਹੈ, ਨਾਲ ਬਾਕੀ ਤਿੰਨ ਅਟੈਚ ਕਰ ਲਓ, ਆਪਣੇ ਆਪ ਆਟੋਮੈਟਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਇੱਕ ਉਹਦਾ ਗੁਣ ਦੱਸ ਦਿੱਤਾ ਵੀ ਜਿਹੜਾ ਕਾਮੀ ਹੈ, ਜਿਹੜਾ ਕਾਮਨਾ ਵਿੱਚ ਫਸਿਆ ਹੈ, ਉਹ ਬੁਰਾਈਆਂ ਨਾਲ ਹੇਤ ਕਰਦਾ ਹੈ। ਕ੍ਰੋਧ ਜਿਹੜਾ ਹੈ ਉਹ ਜੀਵ ਆਤਮਾ ਨੂੰ ਤਬਾਹ ਕਰ ਦਿੰਦਾ ਹੈ, ਭ੍ਰਿਸ਼ਟ ਜੀਵ ਆਤਮਾ ਨੂੰ। ਕਿਉਂਕਿ ਨਾਮ ਬੰਦਗੀ ਤੋਂ ਪਤ ਮਤ ਖੋਵੈ ਨਾਮ ਵਿਸਾਰੀ, ਨਾਮ ਬੰਦਗੀ ਤੋਂ ਦੂਰ ਹੋ ਕੇ ਐਸੇ ਜੀਵ ਆਪਣੀ ਪਤ ਮਤ ਅਕਲ ਬੁੱਧ ਸਭ ਗਵਾ ਬੈਠਦੇ ਆ। ਜਿਹੜਾ ਕਾਮ ਤੋਂ ਬਚਿਆ, ਜਿਹੜਾ ਕ੍ਰੋਧ ਤੋਂ ਬਚਿਆ, ਜਿਹਨੇ ਨਾਮ ਨੂੰ ਨਹੀਂ ਵਿਸਾਰਿਆ, ਅਕਲ ਬੁੱਧੀ ਨਹੀਂ ਗਵਾਈ, ਐਸਾ ਕੈਸਾ ਜਿਹੜਾ ਕਾਮ ਤੋਂ ਬਚਿਆ, ਕ੍ਰੋਧ ਤੋਂ ਬਚਿਆ, ਜਿਹਨੇ ਪਤ ਮਤ ਅਕਲ ਬੁੱਧ ਆਪਣੀ ਨਹੀਂ ਗਵਾਈ, ਜਿਹਨੇ ਨਾਮ ਨੂੰ ਨਹੀਂ ਵਿਸਾਰਿਆ, ਐਸਾ ਰਾਮ ਭਗਤ ਜਨ ਹੋਈ। ਉਹਨੂੰ ਗੁਰਮੁਖ ਕਵਾਂਗੇ, ਨਾ ਕਿ ਲਿਬਾਸ ਜਿਹਨੇ ਪਾਇਆ ਉਹਨੂੰ ਗੁਰਮੁਖ ਕਹਿ ਦਾਂਗੇ। ਨੀਲਾ ਬਾਣਾ ਪਾਇਆ, ਨੀਲਾ ਦਮਾਲਾ ਸਜਾਇਆ, ਉੱਤੇ ਹੋਰ ਸਜਾਵਟ ਕੀਤੀ ਹੈ ਚਿੰਨ੍ਹਾਂ ਦੇ ਨਾਲ, ਉਹ ਥੋੜਾ ਗੁਰਮੁਖ ਹੋ ਜਾਊਗਾ। ਉਹ ਅੰਦਰੂਨੀ ਲੈਵਲ ਤੇ ਜਿਹਨੇ ਇਹ ਮਾਇਆ ਤੋਂ ਖਿਹੜਾ ਛਡਾ ਲਿਆ, ਨਾਮ ਦਾ ਅਭਿਆਸ ਕੀਤਾ, ਅਕਾਲ ਪੁਰਖ ਨਾਲ ਮਿਲਾਪ ਕੀਤਾ, ਮਿਲਾਪ ਹੀ ਨਹੀਂ ਉਹਦਾ ਰੂਪ ਹੀ ਬਣ ਗਿਆ, ਉਹਨੂੰ ਕਿਹਾ ਹੈ ਰਾਮ ਭਗਤ ਜਨ ਹੋਈ। ਕਿਉਂਕਿ ਉਹ ਹਰ ਗੁਣ ਗਾਏ ਮਿਲੇ ਮਲ ਧੋਈ, ਉਹਨੇ ਪਹਿਲਾਂ ਅੰਦਰੋਂ ਵਿਕਾਰ ਖਤਮ ਕੀਤੇ ਹੈ, ਮਾਇਆ ਖਤਮ ਕੀਤੀ ਹੈ, ਔਰ ਵੱਡੀ ਗੱਲ ਨਾਮ ਦਾ ਅਭਿਆਸ ਕੀਤਾ, ਨਾਮ ਨੂੰ ਜਪਿਆ ਹੈ। 4 ਪਦੇ ਹੋ ਗਏ, ਅਗਲਾ ਪਦਾ ਨੰਬਰ 5। ਪਰ ਘਰ ਚੀਤ ਮਨ ਮੁਖੇ ਡੁਲਾਏ, ਗਲੇ ਜੇਵਰੀ ਧੰਦਾ ਲਪਟਾਏ, ਗੁਰਮੁਖੇ ਛੁਟਸ ਹਰ ਗੁਣ ਗਾਏ। ਹੁਣ ਮਨ ਮਗਰ ਲੱਗਣ ਵਾਲਿਆਂ ਦਾ, ਮਨ ਦੇ ਪਿੱਛੇ ਲੱਗਣ ਵਾਲਿਆਂ ਦਾ ਜਿਹੜਾ ਚਿੱਤ ਹੈ ਉਹ ਹਮੇਸ਼ਾ ਬਾਹਰ ਰਹਿੰਦਾ, ਡੱਕੇ ਡੋਲੇ ਖਾਊ। ਪਰ ਘਰ ਚੀਤ ਮਨਮੁਖ ਡੋਲਾਏ, ਉਹਨਾਂ ਦਾ ਚਿੱਤ ਡੱਕੇ ਡੋਲੇ ਖਾਊਗਾ। ਜਿਹੜੇ ਮਨ ਦੇ ਪਿੱਛੇ ਲੱਗਦੇ ਨੇ ਉਹਨਾਂ ਦਾ ਚਿੱਤ ਹਮੇਸ਼ਾ ਬਾਹਰ ਰਹਿੰਦਾ, ਉਹ ਜੁੜ ਨਹੀਂ ਸਕਦੇ।
नाम दी इबादत दी वैल्यू दा ओदी कीमत दा उन्हां नूं पता नहीं लग सकता जिहड़े मन दे पिछे लगदे आ। बुरियां धंधियां विच फस के विकारां दी फाई जिहड़ी है वो होर पक्की हो जाती है। गल जेवरी धंधा लपटाए। ਜਿਉਂ ਜਿਉਂ ਉਹ ਬੁਰੇ ਕੰਮਾਂ ਵਿੱਚ ਵਿਕਾਰਾਂ ਵਿੱਚ ਫਸੀ ਜਾਊਗਾ ਤਿਉਂ-ਤਿਉਂ ਜਿਹੜੀ ਉਹਦੇ ਗਲ 'ਚ ਜੇਵਰੀ ਹੈ, ਜਿਹੜੀ ਉਹਦੇ ਗਲ 'ਚ ਫਾਈ ਹੈ, ਉਹ ਹੋਰ ਪੱਕੀ ਹੋਈ ਜਾਏਗੀ। ਗੁਰਮੁਖੇ ਛੂਟਸ, ਗੁਰਮੁਖੇ ਗੁਰਮੁਖ ਸਿਸਟਮ ਦੇ ਜ਼ਰੀਏ, ਖੱਖੇ ਨੂੰ ਸਿਹਾਰੀ ਗੁਰਮੁਖ ਸਿਸਟਮ ਹੈ। ਇੱਕ ਅਕਾਲ ਪੁਰਖ ਦੀ ਇਬਾਦਤ, ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਅਕਾਲ ਪੁਰਖ ਤੇ ਪ੍ਰਤੀਤ ਭਰੋਸਾ ਔਰ ਇੱਕ ਅਕਾਲ ਪੁਰਖ ਨਾਲ ਕਮਿਟਮੈਂਟ, ਇਹ ਚਾਰੋਂ ਚੀਜ਼ਾਂ ਰਲ ਕੇ ਗੁਰਮੁਖ ਸਿਸਟਮ ਬਣਦਾ ਹੈ। ਉਸ ਦੇ ਜ਼ਰੀਏ ਜਿਹੜਾ ਗੁਰਮੁਖ ਹੈ, ਜਿਹੜਾ ਭਗਤ ਹੈ, ਜਿਹੜਾ ਜਨ ਹੈ, ਉਹ ਨਾਮ ਜਪਦਾ ਹੈ। ਕੇਵਲ ਤੇ ਕੇਵਲ ਐਸ ਗੁਰਮੁਖ ਸਿਸਟਮ ਦੇ ਤਹਿਤ ਅਕਾਲ ਪੁਰਖ ਦੀ ਬੰਦਗੀ ਕਰਕੇ ਹੀ ਮਾਇਆ ਤੋਂ ਛੁੱਟਿਆ ਜਾ ਸਕਦਾ ਹੈ, ਮਾਇਆ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਵਿਕਾਰਾਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਜਿਹਨੇ ਇਹ ਕੰਮ ਕਰ ਲਿਆ, ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਧੋਈ ਰਹਾਓ। ਉਹ ਫਿਰ ਭਗਤ ਹੈ, ਉਹ ਫਿਰ ਗੁਰਮੁਖ ਹੈ, ਜਿਹਨੇ ਨਾਮ ਦਾ ਅਭਿਆਸ ਕੀਤਾ ਔਰ ਨਾਮ ਜਪ ਜਪ ਕੇ ਜਿਹਨੇ ਆਪਣਾ ਅੰਦਰ ਸਾਫ਼ ਕਰ ਲਿਆ, ਪਿਓਰ ਕਰ ਲਿਆ, ਤ੍ਰਿਸ਼ਨਾ ਤੋਂ, ਮਾਇਆ ਤੋਂ ਮੁਕਤ ਹੋ ਗਿਆ। ਅੱਗੇ ਚਲਿए, पदा नंबर 6। जो तन विधवा पर को देई, बड़ी एक सच उजागर किया। भावें असीं लख मुनकर हो जाइए, पर यह गुरबाणी दे विच सच उजागर किया। वाहिगुरु वाहिगुरु वाहिगुरु। हुण ये एक एग्जाम्पल लई है, असीं इहदा अंदरूनी भाव फड़ना है। जो तन विधवा पर को देई, जिवें विधवा जिहड़ी है अपना शरीर पराए मनुख दे हवाले कर दिंदी है। जिवें एग्जाम्पल, जो जीव आत्मा प्रभु तो दूर हो जाती है, वो विधवा दी न्याई है। वो फिर कामना दे वस पाप बिरती विच पूरी तरह डुब जाती है। जो तन विधवा पर को देई, काम दाम चित परवस के। जो जीव आत्मा प्रभु तो दूर है, इबादत तो दूर है, वो फिर कामना दे वस, माया दे वस, पाप बिरती विच पूरी तरह डुब जाती है, माया दे वस विच हो जाती है वो जीव आत्मा। बिन पेर तृप्त ना कबहू होई, पर पक्की गल है, प्रभु दी किरपा तो बिना संतोख सहज कदे नहीं आ सकता। ये एक एग्जाम्पल लई है, उस एग्जाम्पल दे अनुसार आपां इन्हां दे मीनिंग नहीं करने, आपां अंदरूनी भाव समझने हैं। विधवा इत्थे है जिहड़ी जीव आत्मा करते पुरख तो दूर है, वो फिर कामना दे वस
पाप बिरती विच चली जाती है, पाप बिरती विच डुब जाती है। पर पक्की गल है, प्रभु की किरपा तो बिना संतोख सहज कदे नहीं आ सकता। ये मीनिंग्स थोड़े जे डिफरेंट चलणगे क्योंकि असीं अंदरूनी भाव लै रहे हैं। एक एग्जाम्पल लई है विधवा दी। हुण इत्थे जिक्र आ रहा विधवा दा। विधवा असीं कह रहे हैं कि जो जीव आत्मा अकाल पुरख तो दूर है, जो जीव आत्मा कामना दे वस है, पाप बिरती विच चली गई है, वो अकाल पुरख की किरपा तो बिना संतोख सहज दे विच कदे नहीं आ सकती, ਉਹਦੀ ਤ੍ਰਿਪਤ कदे नहीं हो सकती। हुण जिहड़ी जीव आत्मा अकाल पुरख तो दूर नहीं है, जिहड़ी जीव आत्मा काम दे वस नहीं है, माया दे वस नहीं है, जिहड़ी जीव आत्मा करते पुरख दी, अकाल पुरख दी किरपा दे नाल संतोख सहज विच आ गई है, ऐसा राम भगत जन होई। ओही भगत कहाउण दे हकदार है, ओही जन है। किस तरह उन्हें नाम अभ्यास किया, हर गुण गाए, वाहिगुरु वाहिगुरु वाहिगुरु। इन्हां नूं कहंदे हर गुण गाउणा, नाम अभ्यास। गुण गोबिंद गायो नहीं, जन्म अकारथ कीन। आपां सुणदे हां, सारिआं नूं याद भी होने हैं। गुण गोविंद गायो नहीं, जन्म अकारथ कीन। कहो नानक हर भज मना। ओ शब्द दा भजन कर, शब्द दा जाप कर, रसना दे नाल नाम दा उच्चारण कर। उच्चरो राम नाम लख बारी। कहो नानक हर भज मना, जह बिद जल कौ मीन। दसिया सी पिछे कि मच्छी जिहड़ी है ਉਹਦੀ ਬਿਰਤੀ है, ਉਹਦਾ कैरेक्टर है, ਉਹ पानी च जमदी है, ਉਹਨੂੰ तरना सिखाउण ਦੀ ਲੋੜ नहीं हुंदी। जे नैगेटिव एग्जाम्पल लईए कि मीना जिहड़ी है, मच्छी जिहड़ी है, ਉਹ ਗਡੋਏ ਦੀ ਕੁੰਡੀ ਦੇ ਵਿੱਚ ਫਸਦੀ ਹੈ ਤੇ ਉਹਦੀਆਂ ਪੋਜ਼ਿਟਿਵ ਚੀਜ਼ਾਂ ਵੀ ਹੈਗੀਆਂ। ਕਹੋ ਨਾਨਕ ਹਰ ਭਜ ਮਨਾ, ਜੈ ਵਿਦ ਜਲ ਕੋ ਮੀਨ। ਜਿੱਦਾਂ ਮੱਛੀ ਜਲ ਤੋਂ ਬਿਨਾ ਨਹੀਂ ਰਹਿ ਸਕਦੀ, ਇਦਾਂ ਦੀ ਰਾਮ ਭਗਤ ਦੀ ਜਨ ਦੀ ਬਿਰਤੀ ਹੋਣੀ ਚਾਹੀਦੀ ਹੈ कि वो नाम तो बिना ना रह सके, वो शब्द तो बिना ना रह सके। पदा नंबर 7। हुण इत्थे पटाका थोड़ा जिहा पैना, बड़े ध्यान नाल गल सरवण करनी है, क्योंकि असीं अपने गुरु नाल कमिटमेंट कीती है कि गुरु तो, गुरु की सिक्ख्या तो, गुरमत तो बिना असीं होर कोई गल नहीं करनी। और जो गुरमत कहंदी है उहनूं कहणों ढिल भी नहीं करनी, जकना भी नहीं, डरना भी नहीं। पदा नंबर 7। पढ़ पढ़ पोथी सिमरत पाठा। वाहिगुरु। बड़े बड़ा अकाल पुरख की जिहड़ी है बख्शिश, अकाल पुरख का तरस है कि उदा दिन रात शुक्र करीदा है कि साडे संजोग जिहड़े है वो गुरमुखां नाल, जग्यासुआं नाल, गुरबाणी नूं समझण वालियां दे नाल करते पुरख ने बनाए। और सानू सब तो पहला ऐसे घर च जन्म दिता जिथे मां प्यो चंगे मिले, उन्हां दे जरिए संगत चंगी मिली। पदा नंबर 7 जिहड़ा साडा मजमून चलदा आ रहा है कि गुरबाणी दे विच
पाठ नूं कोई थां दिती गई है? बड़ा बरीक विषय है, पर इसनूं समझण दी कोशिश करनी है, बुझण दी कोशिश करनी है। आपां विचों नैगेटिव गल्लां करके स्वाद नहीं लेना। पढ़ पढ़ पोथी सिमरत पाठा। हुण तुसी आपां सारे ही रोज नितनेम करदे हां, पंज बाणियां दा पाठ करदे, राइट? नितनेम जिहड़ा रोज ही धार्मिक पुस्तकां दा पाठ करदा और वेद पुराण पढ़े सुन थाटा। अते धार्मिक काव रचना जिहड़ी है, जिहड़ी धार्मिक ज्ञान है, इनू काव रचना मैं लफज तां यूज कर रहा क्योंकि समझिया जा रहा है इस तरह। काव रचना दे विच जिद्दां आपां अंग्रेजी च कहने ना फ्लाइट्स ऑफ फैंसी, एक चीज नू मन लिया जाता, लिख दिता जाता कि उन्होंने महसूस कर लिया जाता बस कि इदा होगा। गुरबाणी जिहड़ी है वो इदा है, वो असलीयत है, वो फ्लाइट्स ऑफ फैंसी नहीं है, वो असलीयत है, वो ब्रह्म ज्ञान है, सुच्चा ज्ञान है, करते पुरख दे कोलों आया ज्ञान है। धार्मिक जिहड़ी लिखत है या गुरबाणी कह लो, ਉਹਨੂੰ कई लोगों ਨੂੰ बड़ा स्वाद ਹੁੰਦਾ, ਉਹਨੂੰ ਰਾਗਾਂ ਦੇ ਵਿੱਚ ਸੁਣਦੇ ਐ। थाट वखरे वखरे रागां दे थाट हुंदे ने। बड़ा लफज गुरु बाबे नानक ने घड़िया इत्थे थाट, वो रागां दे थाट हुंदे आ। ਉਹ ਜਿਹੜੀ ਫਿਰ ਜਿਹੜੀ ਗੁਰਬਾਣੀ ਦਾ ਪਾਠ ਕਰਦੇ ਐ, ਉਹਨੂੰ ਰਾਗਾਂ ਦੇ ਵਿੱਚ ਸੁਣਨਾ ਵੀ ਬੜਾ ਪਸੰਦ ਕਰਦੇ ਐ, ਬਾਰ-ਬਾਰ ਸੁਣਦੇ ਐ, ਅੱਗੇ फैसला ਦਿੰਦੇ ਐ। बड़ी चीज बरीक मैं कह रहा, मैं फिर विचार करदा एक बारी। कहंदे बिन रस राते मन बहु नाटा। नाम रस तो बिना मन नचदा रहेगा, टपदा रहेगा, कोई टिका नहीं आएगा, मन खड़ा नहीं होएगा, विचारां तो मुक्त नहीं होएगा। फिर एक बारी आपां इहनूं पदा नंबर 7 ਨੂੰ ਵਿਚਾਰੀਏ, ਜਿਹੜਾ ਸਾਡਾ ਵਿਸ਼ਾ ਚੱਲ ਰਿਹਾ। पढ़ पढ़ पोथी सिमरत पाठा। ਇਹਦੇ आ गल्लां सुन के ਜਿਹੜੇ अर्थ कीते होए आ, ਉਹ भी विचार लियो भावे। बड़े लुको के अर्थ कीते होए आ उत्थे, बड़े जिद्दां आपां कह नहीं दिंदे भी हकूमत दे डर तो या किसी डर दे विच रह के उत्थे मीनिंग कढे। पर करते पुरख की बख्शिश है, जो गुरबाणी लिखी असीं ओहदी विचार करनी ही करनी। पढ़ पढ़ पोथी सिमरत पाठा। हुण इह रोज दे करन वाले, रोज दे पढ़न वाले रोज ही पाठ करदे, मुबारक है जी, सदके, अच्छा गल है, अच्छी गल है, अच्छा काम है। वेद पुराण पढ़े सुन थाटा, ओही जिहड़े ज्ञान नूं पढ़दे है, जिहदे पाठ करदे है, ਉਹਨੂੰ फिर रागां दे विच बार बार सुनना भी बड़ा पसंद करदे। लोट पोट हुंदे आ कई ते सुन सुन के, पर फैसला दिंदे बाबा नानक, कहंदे बिन रस राते, बिन दे नन्ने नूं औंकड़ हो गया, नाम तो बिना, शब्द तो बिना, शब्द दे रस तो बिना मन नूं टिका नहीं आएगा, विचारां तो मुक्त मन नहीं होएगा, नचदा रहेगा, टपदा रहेगा।
हुण जिन्ने उस ज्ञान नू, उस पाठ नू, उस सिक्ख्या नू बुझ लिया, जिहड़ा नाम दे रस विच चला गया, जिहदा मन खड़ा हो गया, विचारां तो मुक्त हो गया, ऐसा राम भगत जन होई। हर गुण गाए मिलै मल धोई। रहाओ। वो फिर भगत है जिन्हें अमल कर लिया। रोज पढ़ लिया, रोज अपना मैं पहला भी देसी जी एग्जांपल लई सी भी, रोड दे उत्ते साइन लग्या है, अगे दरिया है, खब्बे मुड़ो। एक बंदा, एक ड्राइवर है जिन्हें पढ़िया ही नहीं, जिन्हें वो पढ़िया ही नहीं, वो सीधा चला गया, वो पानी च डुब गया। दूजा आया, उन्हें पढ़िया भी अगे दरिया है, खब्बे मुड़ो, कहंदा छोड़ो पर लिखिया होऊगा, वो भी सीधा चला गया, वो भी डुब गया। एक तीजा ड्राइवर आया, उन्हें लिखिया पढ़िया भी अगे दरिया है, खब्बे मुड़ो, उन्हें अमल कर लिया, वो खब्बे नूं मुड़ गया, बच गया। ਉਹਦਾ ਜਿਹੜਾ ਸਫ਼ਰ ਹੈ ਉਹ ਕੰਟੀਨਿਊ ਰਹੇਗਾ। ਪਹਿਲੇ ਦੋ ਜਿਹੜੇ ਆ ਉਹ ਡੁੱਬ ਗਏ। ਇਸ ਕਰਕੇ ਮੈਂ ਪਿਛਲੀ ਵਾਰੀ ਕਿਹਾ ਸੀ ਕਿ ਗੁਰਬਾਣੀ ਦਾ ਪਾਠ ਰਿਕਮੈਂਡਡ ਨਹੀਂ ਹੈ, ਗੁਰਬਾਣੀ ਦੇ ਪਾਠ ਦੇ ਉੱਤੇ ਅਮਲ ਰਿਕਮੈਂਡਡ ਹੈ। ਪੜੋ, ਜ਼ਰੂਰ ਪੜੋ ਜੀ, ਸਦਕੇ ਮੁਬਾਰਕ ਹੈ, ਆਪਣੇ ਸਮੇਂ ਨੂੰ ਚੰਗੇ ਪਾਸੇ ਲਾ ਰਹੇ ਹੋ, ਆਪਣੇ ਮਨ ਨੂੰ ਚੰਗੇ ਪਾਸੇ ਲਾ ਰਹੇ ਹੋ, ਗੁਰਬਾਣੀ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹੋ। ਲੇਕਿਨ ਜੇ ਇਹ ਸੋਚ ਲਿਆ ਵੀ ਮੈਂ ਨਿਤਨੇਮ ਕਰ ਲਿਆ ਤੇ ਮੈਂ, ਮੇਰੇ 24 ਘੰਟੇ ਸਫਲ ਨੇ, ਮੈਂ ਕੰਮ ਕਰ ਲਿਆ ਮੇਰਾ ਸਾਰਾ, ਹੁਣ ਮੈਨੂੰ ਕੁਝ ਨਹੀਂ ਹੋ ਸਕਦਾ, ਇਹ ਗਲਤ ਹੈ। ਇਦਾਂ ਨਾ ਸੋਚਿਆ ਕਰੋ। ਜੇ ਮੈਂ ਕੀਰਤਨ ਸੁਣ ਲਿਆ, ਉਹ ਵੀ ਰਾਗਾਂ ਦੇ ਵਿੱਚ ਸੁਣ ਲਿਆ, ਉਹ ਵੀ ਬਾਰ-ਬਾਰ ਸੁਣ ਲਿਆ, ਤੇ ਠੀਕ ਹੈ। ਅੱਗੇ ਫੈਸਲਾ ਦੇ ਰਹੇ ਹੈ, ਕਹਿੰਦੇ ਬਿਨ ਰਸ ਰਾਤੇ ਮਨ ਬਹੁ ਨਾਟਾ। ਮਨ ਨਹੀਂ ਖੜਾ ਹੋਣਾ ਇਹ ਚੀਜ਼ਾਂ ਦੇ ਨਾਲ, ਮਨ ਨਹੀਂ ਖੜਾ ਹੋਣਾ, ਮਨ ਨੱਚਦਾ ਰਹੇਗਾ। ਮਨ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਬੰਦਗੀ ਦੇ ਨਾਲ, ਇੱਕ ਸ਼ਬਦ ਦੇ ਅਭਿਆਸ ਦੇ ਨਾਲ, ਇੱਕ ਨਾਮ ਅਭਿਆਸ ਦੇ ਨਾਲ ਖੜਾ ਹੋਏਗਾ, ਤੇ ਉਹ ਫਿਰ ਭਗਤ ਹੋਏਗਾ, ਉਹ ਜਨ ਹੋਏਗਾ, ਉਹੀ ਗੁਰਮੁਖ ਹੋਏਗਾ, ਉਹੀ ਗੁਰਸਿੱਖ ਹੋਏਗਾ, ਜਿਹੜਾ ਸਾਰੀਆਂ ਅਵਸਥਾਵਾਂ ਤੋਂ ਪਰੇ ਚਲਾ ਗਿਆ। जिन्हें पाठ नहीं किए, जिन्हें अमल किया गुरबाणी ते, पढ़ पढ़ के समझै, सूझै, पढ़ पढ़ बूझै। हुण इत्थे ते कह रहे वेद पुराण पढ़े सुन थाटा। वो जिहड़ा पाठ करदा उहनूं रागां च सुनना बड़ा बार-बार सुनी जांदा, टेपां बनाईयां पईयां, सीडियां जां होर फोन दे विच सेव करके रखिया, राह तुरे जांदे, कीर्तन ही कीर्तन सुनी, अमल करना ही नहीं। महाराज कह रहे है बिन रस राते मन बहु नट्टा। मन नहीं खड़ा होना, और जदों तक मन नहीं खड़ा होना तदों तक भगती सफल नहीं है, अकाल पुरख नाल मिलाप सफल नहीं है, करते पुरख नाल एक मिकता सफल नहीं है, जदों तक मन नहीं खड़ा होया। अगे चलिए पदा नंबर 8। हुण एक एग्जाम्पल लै रहे हैं ते शब्द नूं क्लोज करना है। देखो विधि बाबे नानक कहंदे ज्यों चातरक जल प्रेम प्यासा, जिवें पपीहे दी प्यास केवल स्वांति बूंद नाल बुझदी है, ज्यों मीना जल माहे उलासा, जिवें मच्छी दा जीवन ते मच्छी दी खुशी केवल पानी नाल है। उलासा, उलासा जीवन अते खुशी, मच्छी दी जिवें जीवन अते खुशी केवल पानी नाल है। नानक जोत कहंदी है कि भगत नाम रस पीण तो बिना भगत नूं संतोख नहीं आ सकता। नाम रस पी के ही ओदी ओ तृप्त होएगा। नाम रस दा पीना, हर रस दा पीना की है? जिहड़ा नाम रस
पी रहा है, हर रस पी रहा है, ओही भगत है, ओही जन है, ओही गुरमुख है, ओही गुरसिख है। नाम रस किवें पी रहा है? हर गुण गाए, एक अकाल पुरख दी बंदगी करके उस करते पुरख नाल मिलाप ही नाम रस है। आएगा उदों जदों मल धोई, जदों अंदरों विषयां विकारां दी मैल निकल गई। ऐसा राम भगत जन होई, हर गुण गाए, मिलै मल धोई। ज्यों चातरक जल प्रेम प्यासा, प्रेमा भगती करनी पैनी, पपीहा बनना पैना, सहज संतोख लियाना पैना, हिम्मत करनी पैनी है, शब्द की कमाई करनी पैनी है। पपीहे की प्यास ਸਵੰਤੀ बूंद नाल बुझदी है। पपीहे का की हुंदा, ਉਹਦੇ गले ਦੇ ਵਿੱਚ ਮੋਰੀ ਹੁੰਦੀ ਹੈ, ਜਿੰਨਾ ਪਾਣੀ ਪੀਂਦਾ ਉਹ ਮੋਰੀ ਦੇ ਵਿੱਚੋਂ ਬਾਹਰ ਆ ਜਾਂਦਾ, ਉਹਦੀ ਪਿਆਸ ਹੀ ਨਹੀਂ ਮੁੱਕਦੀ। ਪਰ ਸੌਣ ਦੇ ਮਹੀਨੇ ਜਦੋਂ ਮੀਂਹ ਪੈਂਦੇ ਐ, ਉਹ ਪਪੀਹਾ ਜਦੋਂ ਕੂਕਦਾ ਮੂੰਹ ਉੱਤੇ ਕਰਕੇ, ਉਹ ਜਿਹੜੀ ਬੂੰਦ ਹੈ ਮੀਂਹ ਦੀ, ਉਹ ਸਿੱਧੀ ਉਹਦੇ ਗਲ ਦੀ ਮੋਰੀ ਦੇ ਵਿੱਚ ਡਿੱਗਦੀ ਹੈ, ਤੇ ਉਹ ਜਲ ਉਹਦੇ ਅੰਦਰ ਜਾਂਦਾ, ਉਹ ਪਾਣੀ ਉਹਦੇ ਅੰਦਰ ਜਾਂਦਾ ਹੈ, ਤੇ ਉਹਦੇ ਨਾਲ ਉਹ ਤ੍ਰਿਪਤ ਹੋ ਜਾਂਦਾ। ਇਸੇ ਤਰ੍ਹਾਂ मच्छी दी खुशी, मच्छी दा जीवन केवल पानी है। ते नानक जोत इत्थे निर्ना रिजल्ट तत् दे रहे है, हर रस पी तृप्तासा। नानक हर रस पी तृप्तासा, जेड़ा भगत जन होएगा, गुरमुख होएगा, गुरसिख होएगा, ओ हर रस दे नाल ही तृप्त होएगा। एक करते पुरख दी इबादत दे नाल ही तृप्त होएगा, एक करते पुरख दी भगती दे नाल ही तृप्त होएगा, क्योंकि उसे भगती ने ओदे अंदरों विकारां विषयां दी मैल कड्ढनी है। जदों विकारां विषयां दी मैल कड्ढनी है, उस वेले प्रभु नाल मिलाप होना है। ऐसा राम भगत जन होई, हर गुण गाए, मिलै मल धोई। रहाओ। वाहिगुरु जी का खालसा, वाहिगुरु जी की फतेह।